ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਦਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆਂ ਨੂੰ ਅਤੇ ਸਿਹਤ ਜਿਹੜੀ ਹੈ ਜੀ ਉਹ ਇਨਸਾਨ ਦੀ ਕਿੰਨੀ ਕੁ ਜ਼ਰੂਰੀ ਹੈ, ਇਸ ਨੂੰ ਲੈ ਕੇ ਅੱਜ ਦਾ ਪ੍ਰੋਗਰਾਮ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਔਰ ਕਿਹਾ ਜਾਂਦਾ ਨਾ ਕਿ ਜਾਨ ਹੈ ਤਾਂ ਜਹਾਨ ਹੈ, ਅਤੇ ਜਾਨ ਜਿਹੜੀ ਹੈ ਹਰ ਇੱਕ ਇਨਸਾਨ ਨੂੰ ਇਹ ਹੱਕ ਹੈ ਕਿ ਉਹ ਆਪਣੀ ਜਾਨ ਨੂੰ, ਆਪਣੀ ਬਾਡੀ ਨੂੰ ਜਿਹੜਾ ਉਹ ਤੰਦਰੁਸਤ ਰੱਖੇ, ਹੈਲਦੀ ਰੱਖੇ। ਔਰ ਉਹ ਹੈਲਥ ਜਿਹੜੀ ਹੈ ਜੀ ਉਹ ਕਿਵੇਂ ਆਪਣੀ ਮੇਨਟੇਨ ਕਰ ਸਕਦਾ ਹੈ। ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡਾ ਸਰੀਰ ਹੈ, ਸਰੀਰ ਦੇ ਐਸੇ ਅੰਗ ਵੀ ਹਨ, ਐਸੀਆਂ ਮਾਸਪੇਸ਼ੀਆਂ ਹਨ, ਐਸੇ ਮਸਲਸ ਹਨ ਜਿਨ੍ਹਾਂ ਦੀ ਅਸੀਂ ਸ਼ਾਇਦ ਕਦੇ ਵਰਤੋਂ ਹੀ ਨਹੀਂ ਕਰਦੇ। ਔਰ ਕਈ ਐਸੇ ਭਾਗ ਵੀ ਹੁੰਦੇ ਨੇ ਸਾਡੇ ਸਰੀਰ ਦੇ ਜਿਨ੍ਹਾਂ ਦੇ ਬਾਰੇ ਅਸੀਂ ਸੋਚਦੇ ਨਹੀਂ ਕਿ ਇਹਦੀ ਇੰਪੋਰਟੈਂਸ ਕਿੰਨੀ ਹੈ। ਸੋ ਬਾਡੀ ਔਰ ਬਾਡੀ ਦਾ ਪੋਸਚਰ, ਸਟਰਕਚਰ ਐਂਡ ਐਕਸਰਸਾਈਜ਼, ਔਰ ਬਾਡੀ ਨੂੰ ਕਿਵੇਂ ਤੁਸੀਂ ਹੈਲਦੀ ਰੱਖਣਾ ਹੈ, ਕਿਵੇਂ ਤੁਸੀਂ ਆਪਣੇ ਆਪ ਨੂੰ ਸਟੋਲ ਬਣਾਉਣਾ ਹੈ, ਕਿਵੇਂ ਆਪਣੇ ਆਪ ਨੂੰ ਸਟਰੈਂਥ ਆਪਣੇ ਆਪ ਨੂੰ ਦੇਣੀ ਹੈ, ਸਟਰੋਂਗ ਕਿਵੇਂ ਕਰਨਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਇੱਕ ਐਕਸਪਰਟ ਹੀ ਦੱਸ ਸਕਦਾ। ਔਰ ਐਕਸਪਰਟੀਜ਼ ਜਿਹੜੀ ਹੈ ਜੀ ਸਾਡੇ ਭਾਈਚਾਰੇ ਦੇ ਵਿੱਚ ਇੱਕ ਬੜਾ ਹੀ ਜਾਣਿਆ ਪਹਿਚਾਣਿਆ ਨਾਮ, ਔਰ ਪਿਛਲੇ 6 ਸਾਲਾਂ ਤੋਂ ਇਸ ਬਿਜ਼ਨਸ ਦੇ ਵਿੱਚ ਆਪਣਾ ਬਿਜ਼ਨਸ ਰਨ ਕਰ ਰਹੇ ਨੇ। ਔਰ ਬਿਜ਼ਨਸ ਜਿਹੜਾ ਜੀ ਉਹ ਤੁਹਾਨੂੰ ਤੰਦਰੁਸਤ ਕਰਨ ਦਾ ਬਿਜ਼ਨਸ ਹੈ। ਅਸੀਂ ਕੋਈ ਦਵਾਈ ਬੂਟੀ ਨਹੀਂ ਦੇ ਰਹੇ, ਅਸੀਂ ਤੁਹਾਨੂੰ ਕੋਈ ਪਿੱਲ ਸੈੱਲ ਕਰਨੀ ਆਏ, ਅਸੀਂ ਤੁਹਾਨੂੰ ਮਿਲਾਉਣ ਆਏ ਹਾਂ ਸਾਡੇ ਅੱਜ ਦੇ ਖਾਸ ਮਹਿਮਾਨ ਐਕਸਪਰਟ ਟ੍ਰੇਨਰ ਸੰਦੀਪ ਸੰਘਾ ਹੋਰਾਂ ਨਾਲ। ਸੰਦੀਪ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ, ਥੈਂਕ ਯੂ ਫॉर ਹੈਵਿੰਗ ਮੀ। ਸੰਦੀਪ, ਅਕਸਰ ਇਹ ਹੁੰਦਾ ਹੈ ਵੈਨ ਐਵਰ ਵੀ ਟਾਕ ਅਬਾਊਟ ਹੈਲਥ, ਹੈ ਨਾ ਜੀ, ਤਾਂ ਲੋਕ ਸੋਚਦੇ ਨੇ ਅੱਜ ਕੱਲ੍ਹ ਨਾ ਉਹ ਗੋਲੀਆਂ ਖਾ ਲਓ ਜੀ, ਮੈਂ ਮੋਟਾ ਹੋ ਗਿਆ ਤਾਂ ਇੱਕੋ ਦੇਅਰ ਆਰ ਸਮ, ਆਈ ਮੀਨ ਆਈ ਐਮ ਨਾਟ ਅਗੇਂਸਟ ਐਨੀਬਡੀਜ਼ ਬਿਜ਼ਨਸ। ਉਹ ਕੋਈ ਚੀਜ਼ਾਂ ਤੁਹਾਨੂੰ ਦਿੰਦੇ ਨੇ ਕਿ ਆਹ ਛੱਡ ਦਿਓ, ਆਹ ਛੱਡ ਦਿਓ, ਆਹ ਛੱਡ ਦਿਓ, ਆਹ ਖਾਈ ਚੱਲੋ ਅਤੇ ਕੁਛ ਨਾ ਕਰੋ। ਬਟ ਮੈਂ ਤੁਹਾਡੇ ਕੋਲ ਜਾਂਦਾ ਵੀ ਹਾਂ, ਆਈ ਐਮ ਯੂਰ ਸਟੂਡੈਂਟ ਐਜ਼ ਵੈਲ, ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਿਹੜੇ ਫਾਇਦੇ ਮੈਨੂੰ ਹੋ ਰਹੇ ਨੇ, ਮੇਰਾ ਕੋਟ ਦੀ ਬਟਨ ਨਹੀਂ ਸੀ ਲੱਗਦਾ, ਹੁਣ ਮੇਰਾ ਬਟਨ ਲੱਗਣ ਲੱਗ ਪਿਆ ਹੈ। ਮੀਨਸ ਆਈ ਐਮ ਇੰਪਰੂਵਿੰਗ ਟੂ ਸਮ ਐਕਸਟੈਂਟ। ਵਾਈ ਇਟ ਇਜ਼ ਸੋ ਇੰਪੋਰਟੈਂਟ? ਫਸਟ ਆਫ ਆਲ ਦਾ ਬੇਸਿਕ ਕੁਐਸਚਨ ਹੈ, ਲੋਕਾਂ ਨੂੰ ਇਹ ਦੱਸੋ ਕਿ ਉਹਨਾਂ ਲਈ ਸਿਹਤ ਜਿਹੜੀ ਹੈ ਉਹ ਆਪਣੀ ਅੱਛੀ ਬਣਾ ਕੇ ਰੱਖਣੀ, ਗੁੱਡ ਬਣਾ ਕੇ ਰੱਖਣੀ, ਵਾਈ ਇਟ ਇਜ਼ ਇੰਪੋਰਟੈਂਟ? ਇਟਸ ਇੰਪੋਰਟੈਂਟ ਟੂ ਔਰ ਜਿਹੜਾ ਆਪਣੇ ਡੇ ਟੂ ਡੇ ਐਕਟੀਵਿਟੀਜ਼ ਆ, ਜਦੋਂ ਆਪਾਂ ਕੰਮ 'ਤੇ ਜਾਣਾ ਆ, ਜਿਹੜਾ ਆਪਣੀ ਹੈਲਥ ਆ, ਆਪਣੀ ਇਮਿਊਨਿਟੀ ਆ। ਹੁਣ ਆਪਾਂ ਦੇਖਿਆ ਜਿਹੜਾ ਕੋਵਿਡ ਵੀ ਹੋਇਆ ਸੀ, ਹੁਣ ਜਿਹੜੇ ਆਪਣੇ ਜ਼ਿਆਦਾ ਕਮਿਊਨਿਟੀ ਆ ਹੈਲਥ 'ਤੇ ਜ਼ਿਆਦਾ ਫੋਕਸ ਕਰਦੇ ਆ। ਹਾਂਜੀ, ਬਿਲਕੁਲ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਇਹ ਤਾਂ ਗੱਲ ਦੱਸ ਦਿੱਤੀ ਕਿ ਹਰ ਇੱਕ ਬੰਦਾ ਆਪਣੀ ਸਿਹਤ ਦੇ ਲਈ ਚਿੰਤਿਤ ਹੈ, ਪਰ ਸਿਹਤ ਦੇ ਲਈ ਚਿੰਤਾ ਕਰਦੇ ਆ, ਇੱਥੇ ਸੋਚਦੇ ਆ, ਬਟ ਵੈਨ ਇਟ ਕਮਸ ਟੂ ਦ ਐਕਸ਼ਨ, for example me, I had a schedule with you, I'm unable to come to you, I mean I miss so many things, so many times. So ਮੈਂ ਆਪਣੇ ਦਰਸ਼ਕਾਂ ਨੂੰ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਇਹ ਅਸੀਂ ਡਰਾਉਣਾ ਨਹੀਂ ਚਾਹੁੰਦੇ, ਪਰ ਇਹ ਜ਼ਰੂਰੀ ਹੈ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੀ ਬਾਡੀ ਦਾ ਸਹੀ ਇਸਤੇਮਾਲ ਕਰਨ ਤੋਂ ਪਹਿਲਾਂ ਹੀ ਇਸ ਜਹਾਨੋਂ ਚਲੇ ਜਾਓ। ਮਤਲਬ ਤੁਸੀਂ ਤੁਹਾਡੀ ਜਿਹੜੀ ਬਾਡੀ ਹੈ, ਤੁਹਾਡੀ ਲਾਂਜੀਵਿਟੀ, ਲੰਬੀ ਉਮਰ ਵਧਾਉਣ ਦੇ ਲਈ ਤੁਹਾਨੂੰ ਐਕਸਰਸਾਈਜ਼, ਤੁਹਾਡੀ ਬਾਡੀ ਨੂੰ ਸਿਹਤ ਬਣਾ ਕੇ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ, ਡਾਈਟ ਅੱਛੀ ਜ਼ਰੂਰੀ ਹੈ। ਸੋ ਇਹਦੇ ਬਾਰੇ ਵਾਈ ਐਕਸਰਸਾਈਜ਼ is so important, and especially for the age groups. We'll be discussing different age groups today. ਹਾਂਜੀ, ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ। ਦਿਨ ਵਿੱਚ 24 ਆਵਰਸ ਹੁੰਦੇ ਆ, ਤੇ ਕੱਲਾ ਜ਼ਿਆਦਾ 30 ਮਿੰਟ ਚਾਹੀਦੇ ਆ ਜਾਂ ਘੰਟਾ ਚਾਹੀਦਾ ਐਕਸਰਸਾਈਜ਼ ਕਰਨ ਲਈ। ਐਂਡ ਹਾਂਜੀ, ਜ਼ਿਆਦਾ ਲੋਕੀ 9 to 5 ਕੰਮ ਕਰਦੇ, ਜਾਂ ਜਿਹਨਾਂ ਕੋਲ ਬਿਜ਼ਨਸ ਆ, ਕੱਲਾ 1 ਘੰਟਾ ਪੂਰਾ ਸਪੈਂਡ ਟਾਈਮ ਕਰਨਾ ਚਾਹੀਦਾ ਦਿਨ ਵਿੱਚ। ਐਕਸਰਸਾਈਜ਼ ਕਰ ਲਓ, ਡਾਇਟ ਆਪਣੀ ਥੋੜ੍ਹੀ ਇੰਪਰੂਵ ਕਰਿਓ, ਜਿਹੜੀ ਆਪਣੀ ਵੇਟ ਟ੍ਰੇਨਿੰਗ ਹੋਵੇ ਉਹ ਵੀ ਕਰਨਾ ਚਾਹੀਦਾ ਆ। ਅਤੇ ਜਿਹੜਾ ਆਪਣਾ ਨਿਊਟ੍ਰੀਸ਼ਨ ਹੈ ਉਹ ਬਹੁਤ ਇੰਪੋਰਟੈਂਟ ਆ। ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਅਤੇ ਐਕਸਰਸਾਈਜ਼ ਤੋਂ ਬਗੈਰ ਤੁਸੀਂ ਬੈਡ ਖਾਂਦੇ ਆ, ਫਿਰ ਤੁਹਾਡੇ ਰਿਜ਼ਲਟ ਨਹੀਂ ਸ਼ੋ ਹੋਣੇ। ਵੈਰੀ ਰਾਈਟ। ਸੋ ਜਿਹੜੀ ਐਕਸਰਸਾਈਜ਼ ਹੈ ਜੀ, ਐਕਸਰਸਾਈਜ਼ ਦਾ ਮਤਲਬ ਕਸਰਤ ਹੈ, ਪਰ ਕਈ ਲੋਕਾਂ ਨੂੰ ਨਾ ਜੀ, ਮੈਂ ਲੈਟਸ ਬੀ ਵੈਰੀ ਓਨੈਸਟ, ਬਹੁਤ ਸਾਰੇ ਸਾਡੇ ਐਸੇ ਵੀਰ ਭੈਣ ਹਨ ਜਿਨ੍ਹਾਂ ਨੂੰ ਸੰਦੀਪ ਦੇ ਕੈਨ ਨਾਟ ਕਮ, ਦੇ ਕੈਨ ਨਾਟ ਡਰਾਈਵ ਟੂ ਯੂ, ਤੋ ਉਹਨਾਂ ਨੂੰ ਤੁਸੀਂ ਔਨਲਾਈਨ ਕੋਈ ਐਸਾ ਸਿਸਟਮ ਵੀ ਚਲਾਇਆ ਹੈ ਕਿ ਉਹ ਆਪਣੇ ਘਰੇ ਬੈਠੇ ਰਹਿਣ ਅਤੇ ਤੁਸੀਂ ਉਹਨਾਂ ਨੂੰ ਕੋਈ ਔਨਲਾਈਨ ਵੀ ਟ੍ਰੇਨਿੰਗ ਦਿੰਦੇ ਹੋ? ਹਾਂਜੀ, ਮੈਂ ਔਨਲਾਈਨ ਵੀ ਆਫਰ ਕਰਦਾ। ਇਹ ਤੁਸੀਂ ਮੈਨੂੰ ਕੰਟੈਕਟ ਕਰਕੇ ਫਿਰ ਮੈਨੂੰ ਦੱਸੋਗੇ ਤੁਹਾਡਾ ਗੋਲ ਕੀ ਆ, ਤੁਹਾਡਾ ਵਿਆਹ ਹੋਣਾ, ਬਰਥਡੇ ਪਾਰਟੀ ਆ, ਤੁਸੀਂ ਭਾਰ ਘਟਾਉਣਾ ਚਾਹੁੰਦੇ ਆ, ਮੈਂ ਔਨਲਾਈਨ ਤੁਹਾਨੂੰ ਡਾਇਟ ਪਲਾਨ ਲਿਖ ਸਕਦਾ। ਮੈਂ ਤੁਹਾਨੂੰ ਦੱਸਣਾ ਕਿ ਤੁਸੀਂ ਕੀ ਖਾਣਾ, ਬ੍ਰੈਕਫਾਸਟ, ਲੰਚ, ਡਿਨਰ, ਤੋਂ ਸਪੈਸ਼ਲਾਈਜ਼ ਹੋ ਜਾਂਦਾ। ਇਫ ਕੋਈ ਵੈਜੀਟੇਰੀਅਨ ਆ, ਕੋਈ ਜਿਹੜਾ ਨਾਨ ਵੈਜ ਆ, ਜ਼ਿਆਦਾ ਸਾਰਾ ਕੁਛ ਇੰਕਲੂਡਿਡ ਹੋ ਜਾਂਦਾ। ਬਹੁਤ ਅਤੇ ਪਰਸਨਲ ਹੋ ਜਾਂਦਾ ਉਹਨਾਂ ਦਾ ਗੋਲ ਦੇ ਹਿਸਾਬ ਨਾਲ। ਜਾਂ ਜਿਹੜਾ ਯੰਗ ਬੰਦਾ ਹੋਊਗਾ ਜਾਂ ਕੋਈ ਓਲਡਰ ਬੁੜੀ ਹੋ ਸਕਦੀ, ਡਾਇਟ ਪਲਾਨ ਸਾਡਾ ਪਰਸਨਲਾਈਜ਼ ਹੁੰਦਾ। ਬਹੁਤ ਅੱਛੇ। ਤੁਸੀਂ ਸਾਡੇ ਨਾ ਪਿੰਡਾਂ 'ਚ ਕਹਿੰਦੇ ਹੁੰਦੇ ਸੀ, ਜਿਹੜੀਆਂ ਮਾਤਾਵਾਂ ਨੇ ਬੁਰਾ ਨਾ ਬਣਾਇਓ, ਮਾਤਾਵਾਂ ਨੂੰ ਬੁੜੀ ਕਹਿੰਦੇ ਹੁੰਦੇ ਸੀਗੇ, ਲੇਡੀਜ਼ ਨੂੰ ਬੁੜੀ ਕਹਿੰਦੇ ਸੀ। ਸੋ ਇਹ
ਕੈਨੇਡਾ ਦਾ ਜੰਪਲ ਸਾਡਾ ਨੌਜਵਾਨ ਹੈ, ਬੱਚਾ ਹੈ ਸਾਡਾ, ਔਰ ਇਹਨੇ ਜਿਹੜਾ ਜੀ ਉਹ ਬੁੜੀ ਦਾ ਮਤਲਬ ਸਾਡੀਆਂ ਰਿਸਪੈਕਟੇਬਲ ਮਾਵਾਂ ਭੈਣਾਂ ਮਾਤਾਵਾਂ ਹਨ, ਸੋ ਲੇਡੀਜ਼ ਹਨ। ਸੋ ਜਿਹੜੀ ਆਨਲਾਈਨ ਤੁਸੀਂ, ਮੈਨੂੰ ਪਤਾ ਹੈ ਕਿ ਤੁਸੀਂ ਆਨਲਾਈਨ ਤੁਹਾਡਾ ਇੰਸਟਾਗ੍ਰਾਮ ਦੇ ਉੱਤੇ ਔਰ ਤੁਹਾਡਾ ਬਹੁਤ ਜ਼ਿਆਦਾ ਤੁਸੀਂ ਕਾਫੀ ਛਾਏ ਹੋਏ ਹੋ, ਬੜੇ ਪਪੂਲਰ ਹੋ, ਬਹੁਤ ਸਾਰੀ ਤੁਹਾਡੀ ਫੋਲੋਇੰਗ ਹੈ। ਸੋ ਮੈਂ ਆਪਣੇ ਦਰਸ਼ਕਾਂ ਦੇ ਲਈ ਜਾਣਨਾ ਚਾਹਾਂਗਾ ਕਿ ਕੀ ਜੇਕਰ ਕੋਈ ਦੂਰ ਦੁਰੇਡੇ ਬੈਠਾ ਹੈ, ਚਲੋ ਆਪਾਂ ਬਰੈਂਪਟਨ ਦੀ ਤੁਹਾਡਾ ਬਿਜ਼ਨਸ ਜਿਹੜਾ ਹੈ ਵਿਦਿਨ ਪੀਲ ਰੀਜਨ ਹੈ ਜਾਂ GTA ਦਾ ਵੈਸਟ ਦੇ ਵਿੱਚੋਂ, ਤਾਂ ਤੁਸੀਂ ਇਹਨਾਂ ਦੇ ਕੋਲ ਆ ਸਕਦੇ ਹੋ। ਵੈਰੀ ਕਨਵੀਨੀਅੰਟ ਲੋਕੇਸ਼ਨ ਔਰ ਸਾਰੀਆਂ ਫੈਸਿਲਿਟੀ ਔਰ ਸਾਰਾ ਕੁਝ ਪੂਰਾ ਇਕੁਇਪਮੈਂਟ ਦੇ ਨਾਲ, ਫੁੱਲ ਫਲੈਜ ਜਿਹੜਾ ਪਰਸਨਲ ਜਿਮ, ਤੁਹਾਨੂੰ ਇਹ ਲੱਗੇਗਾ ਕਿ ਤੁਹਾਡੇ ਲਈ ਸਾਰੇ ਇਹ ਲੱਗੇ ਹੋਏ ਨੇ, ਕਿਉਂਕਿ ਬੜੇ ਲਿਮਿਟਡ ਨੰਬਰ ਆਫ ਕਲਾਇੰਟਸ ਹੁੰਦੇ ਨੇ ਤੁਹਾਡੇ ਕੋਲ, ਬਿਕੋਜ਼ ਆਈ ਅਟੈਂਡ ਦੋਜ਼ ਸੈਸ਼ਨਸ ਵਿਦ ਯੂ, ਔਰ ਇਉਂ ਲੱਗਦਾ ਕਿ ਇਹ ਮੇਰਾ ਆਪਣਾ ਘਰ ਦਾ ਜਿਮ ਹੈ ਨਾ ਜੀ। ਸੋ ਇਹ ਜਿਹੜੇ ਦੂਰ ਬੈਠੇ ਨੇ ਜੀ, ਲੈਟਸ ਸੇ ਸਮਬਡੀ ਇਜ਼ ਇਨ ਡਿਫਰੈਂਟ ਪਾਰਟ, ਓਟਵਾ, ਵੈਨਕੂਵਰ ਔਰ ਸਮਵੇਅਰ, ਉਹਨਾਂ ਦੇ ਲਈ do you have any plan or are you already doing that? If you are doing online training, online like session ਦੇ ਰਹੇ ਹੋ ਕੁਛ ਐਦਾਂ? ਹਾਂਜੀ, ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿਸੇ ਕੋਲ ਜਿਮ ਮੈਂਬਰਸ਼ਿਪ ਹੈ ਨਹੀਂ ਜਾਂ ਕਿਸੇ ਕੋਲ ਜਿਮ ਮੈਂਬਰਸ਼ਿਪ ਹੈਗੀ ਆ, ਅਸੀਂ ਉਹਨਾਂ ਲਈ ਉਹ ਸਾਨੂੰ ਭੇਜ ਸਕਦੇ, ਜਿਹੜਾ ਇਕੁਇਪਮੈਂਟ ਉਹਨਾਂ ਕੋਲ ਐਕਸੈਸ ਹੈਗੀ ਆ, ਅਸੀਂ ਉਹਨਾਂ ਨੂੰ ਪੂਰਾ ਪਲਾਨ ਦੇ ਸਕਦੇ। ਮੰਡੇ ਕੀ ਕਰਨਾ, ਕਿਹੜਾ ਮਸਲ ਗਰੁੱਪ ਟ੍ਰੇਨ ਕਰਨਾ ਆ, ਟਿਊਜ਼ਡੇ ਕੀ ਕਰਨਾ ਆ, ਸਾਰੀਆਂ ਐਕਸਰਸਾਈਜ਼ ਅਸੀਂ ਲਿਸਟ ਕਰ ਸਕਦੇ, ਕਿੰਨੇ ਸੈਟ ਲਾਉਣੇ, ਕਿੰਨੇ ਰੈਪ ਲਾਉਣੇ ਆ, ਜਿੰਨਾ ਤੁਹਾਡਾ ਟਾਈਮ ਫਰੇਮ ਹੋਣਾ, ਜਿੰਨਾ ਤੱਕ ਤੁਹਾਡਾ ਹਾਰਟ ਰੇਟ ਹੋਗਾ, ਜਿੰਨਾ ਤੁਸੀਂ ਕਾਰਡੀਓ ਵੀ ਕਰਨਾ ਚਾਹਦਾ, ਉਹ ਸਾਰਾ ਅਸੀਂ ਪ੍ਰੋਵਾਈਡ ਕਰ ਸਕਦੇ। ਬਹੁਤ ਅੱਛੇ। ਔਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਨਾ ਜੀ, ਰਾਤੋਂ ਰਾਤ, ਦੇਖੋ ਜੀ ਤੁਹਾਡਾ ਜਿਹੜਾ ਹੈ ਜੀ ਉਹ ਪੇਟ ਅੰਦਰ ਨਹੀਂ ਹੋ ਸਕਦਾ, ਰਾਤੋਂ ਰਾਤ ਤੁਹਾਡੇ ਮਸਲ ਜਿਹੜੇ ਉਹ ਡਿਵੈਲਪ ਵੱਡੇ ਨਹੀਂ ਹੋ ਸਕਦੇ। ਉਹ ਕਿਹਾ ਜਾਂਦਾ ਕਿ ਛੋਟਾ ਛੋਟਾ ਨਿੱਕਾ ਨਿੱਕਾ ਸਟੈਪ, ਜਿਹੜਾ 1 ਸਟੈਪ ਐਟ ਏ ਟਾਈਮ, ਔਰ ਇਹ ਇੱਕ ਤਪੱਸਿਆ ਹੁੰਦੀ ਹੈ ਖਾਸ ਤੌਰ ਦੇ ਉੱਤੇ, ਜਿਹੜੀ ਤੁਸੀਂ ਕਸਰਤ ਹੈ ਜੀ, ਉਹਦੇ ਨਤੀਜੇ ਜਿਹੜੇ ਹਨ ਜੀ ਤੁਹਾਨੂੰ ਉਹ ਜਦੋਂ ਮਿਲਣੇ ਸ਼ੁਰੂ ਹੁੰਦੇ ਨੇ ਤੁਸੀਂ ਬੜੇ ਖੁਸ਼ ਹੁੰਦੇ ਹੋ। ਸੋ ਮੈਂ ਆਈ ਐਮ ਵੈਰੀ ਹੈਪੀ ਟੂ ਟੈਲ ਆਲ ਮਾਈ ਵਿਊਅਰਸ ਐਂਡ ਫਰੈਂਡਸ ਐਂਡ ਜਿਹੜੇ ਮੈਨੂੰ ਵੇਖ ਰਹੇ ਨੇ ਕਿ ਯੈਸ ਦਾ ਰਿਜ਼ਲਟਸ ਆਰ ਅਮੇਜ਼ਿੰਗ ਐਂਡ ਅਸੀਂ ਆਪਣੇ ਹੈਲੋ ਕੈਨੇਡਾ ਦੀ ਟੀਮ ਵੱਲੋਂ ਤੁਹਾਨੂੰ 6th ਜਿਹੜੀ ਤੁਹਾਡੀ ਐਨੀਵਰਸਰੀ ਆ ਰਹੀ ਹੈ ਉਹਦੇ ਲਈ ਵੀ ਬਹੁਤ ਸ਼ੁਭਕਾਮਨਾਵਾਂ ਦੇ ਰਹੇ ਹਾਂ। ਸੋ ਵੀ ਵਿਲ ਬੀ ਜੁਆਇਨਿੰਗ ਯੂ ਔਨ ਦੈਟ ਵੈਰੀ ਸਪੈਸ਼ਲ ਡੇ। ਉਹ ਕਦੋਂ ਹੈ ਤੁਹਾਡੀ ਇਹ? ਉਹ ਜੂਨ 11 ਹੋਣੀ, ਸੈਟਰਡੇ ਹੋਣੀ, 3 PM ਅਸੀਂ ਬਾਰਬੀਕਿਊ ਕਰਨਾ। ਸਾਰਿਆਂ ਨੂੰ ਕਲਾਇੰਟਾਂ ਨੂੰ ਜਿਹੜੇ ਆਉਣਾ ਚਾਹੁੰਦੇ ਆ ਇੰਜੋਏ ਕਰ ਸਕਦੇ। ਹਾਂਜੀ ਸਾਰੇ ਆਉਣਾ ਕੀ ਚਾਹੁੰਦੇ ਜੀ, ਸਾਰੇ ਆਇਓ। ਜਿਨ੍ਹਾਂ ਨੇ ਕਲਾਇੰਟ ਹਜੇ ਨਹੀਂ ਬਣੇ ਸੰਦੀਪ ਹੋਰਾਂ ਦੇ, ਤੁਸੀਂ ਪਲੀਜ਼ ਉੱਥੇ ਆਇਓ, ਆਪਾਂ ਉੱਥੇ ਤੁਹਾਨੂੰ ਮਿਲਾਂਗੇ ਐਂਡ ਵਿਲ ਹੈਵ ਅ ਚੈਟ ਐਂਡ ਵਿਲ ਹੈਵ ਅ ਨਾਈਸ ਟਾਈਮ ਦੇਅਰ। ਸੋ ਬਹੁਤ ਬੈਸਟ ਵਿਸ਼ੇਜ਼ ਫਸਟ ਆਫ ਆਲ ਫॉर दैट ਫਰਮ ਆਰ ਹੋਲ ਟੀਮ। ਥੈਂਕ ਯੂ, ਯੂ ਆਰ ਵੈਲਕਮ। ਔਰ ਗੱਲ ਕੀਤੀ ਸੀ ਮਾਤਾਵਾਂ ਦੀ, ਹੁਣ ਆ ਗਏ ਬੁੜੀਆਂ ਦੀ ਗੱਲ ਤਾਂ ਕਰ ਲਈ, ਹੁਣ ਬੁੜਿਆਂ ਦੀ ਵੀ ਕਰ ਲਈਏ ਗੱਲ ਜੀ। ਸਾਡੇ ਜਿਹੜੇ ਵੀਰ ਭੈਣ ਨੇ, ਬੁੜੇ ਭਾਈ ਸਾਡੇ ਬਜ਼ੁਰਗ ਨਹੀਂ, ਵੱਡੇ ਵੀ, ਸਾਡੇ ਵਰਗੇ ਵੀ ਬੰਦੇ, ਜਿਹੜੇ ਮੇਲ ਜਿਹੜੇ ਬੰਦੇ ਨੇ ਜੀ, ਉਹਨਾਂ ਦੇ ਲਈ ਅਕਸਰ ਹੁੰਦਾ ਕਿ ਸਾਡੇ ਪੰਜਾਬੀਆਂ ਦੇ ਢਿੱਡ ਬੜੀ ਜਲਦੀ ਨਿਕਲ ਆਉਂਦਾ ਜੀ। ਹਾਂਜੀ, ਤਾਂ ਉਹ ਢਿੱਡ ਨਿਕਲਣ ਦਾ ਕਾਰਨ ਵੈਸੇ ਪਤਾ ਹੋਊਗਾ ਤੁਹਾਨੂੰ, ਪਰ ਅਸੀਂ ਦੱਸ ਦਈਏ ਤੁਹਾਨੂੰ ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਵੇ ਕਿ ਹਾਂ ਇਹਦੇ ਕਰਕੇ ਨਿਕਲਿਆ, ਅਤੇ ਉਹ ਕਿਵੇਂ ਕੰਟਰੋਲ ਕਰ ਸਕਦੇ ਨੇ। ਕੀ ਕੋਈ ਏਜ ਬੈਰੀਅਰ ਹੁੰਦਾ ਕਿ ਉਸ ਤੋਂ ਬਾਅਦ ਭਾਈ ਐਕਸਰਸਾਈਜ਼ ਨਾ ਕਰਿਓ ਫਿਰ ਤੋਂ ਅਸੀਂ ਨਹੀਂ ਕੁਝ ਕਰ ਸਕਦੇ? ਹਾਂਜੀ, ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਜਦੋਂ ਆਪਾਂ ਯੂਨੀਵਰਸਿਟੀ ਹੁੰਦੇ ਸਕੂਲੇ ਜਾਂਦੇ ਹਾਂ ਉਦੋਂ ਜਿਮ ਕਲਾਸ ਹੁੰਦੀ, ਸਪੋਰਟਸ ਟੀਮਾਂ ਹੁੰਦੀਆਂ, ਅਤੇ ਫਿਰ ਬਾਅਦ ਜਦੋਂ ਆਪਾਂ ਯੂਨੀਵਰਸਿਟੀ ਜਾਂਦੇ ਹਾਂ ਫਿਰ ਜ਼ਿਆਦਾ ਆਪਾਂ ਪੜ੍ਹਦੇ ਹਾਂ, ਨਾਲ ਫਿਰ ਕੰਮ ਵੀ ਕਰਨਾ ਪੈਣਾ, ਕੰਮ 'ਤੇ ਪੇ ਕਰਨਾ, ਖਾਣਾ ਲਈ ਪੇ ਕਰਨਾ, ਸਕੂਲ ਲਈ ਪੇ ਕਰਨਾ ਪੈਣਾ। ਸੋ ਆਪਾਂ ਥੋੜ੍ਹੇ ਜ਼ਿਆਦਾ ਬਿਜ਼ੀ ਹੋ ਜਾਂਦੇ ਸਟੱਡੀ ਦੇ ਨਾਲ। ਬਾਅਦ 'ਚ ਫਿਰ ਸਟੱਡੀ ਡਨ ਹੋ ਜਾਂਦੀ, ਫਿਰ ਆਪਾਂ ਕਹਿੰਦੇ ਆਪਾਂ ਜੌਬ ਲੱਭਣੀ, ਫਿਰ ਆਪਣੇ ਬੈਲੈਂਸ ਥੋੜ੍ਹਾ ਲੈਸ ਹੋ ਜਾਂਦਾ, ਕੰਮ 'ਤੇ ਨਾਲ ਜ਼ਿਆਦਾ ਹੋ ਜਾਂਦਾ ਅਤੇ ਫਿਰ ਸਕੂਲ ਨਾਲ ਜ਼ਿਆਦਾ ਹੋ ਜਾਂਦਾ। ਪਰ ਸਾਰਿਆਂ ਨੂੰ ਥੋੜ੍ਹਾ ਬੈਲੈਂਸ ਚਾਹੀਦਾ। ਜਿਹੜਾ ਆਪਣਾ ਬੈਲੈਂਸ ਹੁੰਦਾ ਆ, ਇੱਕ ਘੰਟਾ ਸਾਈਡ 'ਤੇ ਰੱਖ ਕੇ ਐਕਸਰਸਾਈਜ਼ ਕਰ ਲਓ। ਆਪਣੀ ਜਿਹੜੀ ਮੈਂਟਲ ਹੈਲਥ ਹੈ ਉਹ ਬਹੁਤ ਇੰਪੋਰਟੈਂਟ ਆ। ਹਾਂਜੀ, ਸਾਰਿਆਂ ਨੂੰ ਥੋੜ੍ਹਾ ਬੈਲੈਂਸ ਚਾਹੀਦਾ ਐਕਸਰਸਾਈਜ਼ ਕਰਨ ਲਈ, ਖਾਣਾ ਕੰਟਰੋਲ ਕਰਨ ਲਈ। ਅਤੇ ਜਿਹੜੇ ਆਪਣੇ ਮੇਲ ਆਡੀਅੰਸ ਆ, ਜਿਹੜਾ ਆਪਣੇ ਸਾਰੇ ਕਮਿਊਨਿਟੀ ਦੇ ਆ, ਆਪਣਾ ਜਿਹੜਾ ਇੰਡੀਅਨ ਫੂਡ ਆ, ਆਪਣੇ ਕਾਰਬਸ ਜ਼ਿਆਦਾ ਹਾਈ ਆ ਪਰ ਆਪਣਾ ਪ੍ਰੋਟੀਨ ਜ਼ਿਆਦਾ ਲੋ ਆ। ਕਾਰਬ ਤੋਂ ਭਾਵ ਤੁਹਾਡਾ ਕੀ ਹੈ? ਕਾਰਬੋਹਾਈਡਰੇਟਸ ਕਿਹਨੂੰ ਕਹਿੰਦੇ ਆ? ਹਾਂਜੀ, ਸੋ ਜਿਹੜਾ ਆਪਣਾ ਰੋਟੀ ਹੈਗਾ, ਆਟਾ, ਪਰੌਠੇ, ਜਿਹੜਾ ਆਪਣੇ ਆਲੂ ਹੋਵੇ, ਆਲੂ ਟਿੱਕੀ, ਸਮੋਸੇ, ਜਿਹੜਾ ਸਾਰਾ ਆਪਣਾ ਫਨ ਚੀਜ਼ਾਂ ਹੁੰਦੀਆਂ, ਜਿਹੜਾ ਸਵਾਦ ਟੇਸਟ ਹੁੰਦਾ, ਉਹ ਥੋੜ੍ਹਾ ਲੈਸ ਖਾਣਾ ਪੈਣਾ। ਅਤੇ ਜਿਹੜਾ ਆਪਣੇ ਹੈਲਥੀ ਕਾਰਬਸ ਆ, ਰਾਈਸ, ਸ਼ੱਕਰਕੰਦੀ, ਓਟ ਮੀਲ, ਫਰੂਟਸ, ਉਹ ਆਪ ਨੂੰ ਖਾਣਾ ਚਾਹੀਦਾ। ਪਾਣੀ ਜ਼ਿਆਦਾ ਪੀਣਾ ਚਾਹੀਦਾ। ਅਤੇ ਜਿਹੜਾ ਡਿਫਰੈਂਸ ਆਪਣਾ ਆ ਮੇਲ ਤੋਂ ਫੀਮੇਲਸ ਤੋਂ, ਜਿਹੜਾ ਆਪਣੇ ਮੇਲਸ ਆ, ਜਦੋਂ ਆਪਾਂ ਮਸਲ ਬਿਲਡ ਕਰਦੇ ਹਾਂ ਤੁਹਾਨੂੰ 1 ਗ੍ਰਾਮ ਪਰ ਬਾਡੀ ਵੇਟ ਖਾਣਾ ਪੈਂਦਾ। ਸੋ ਜਿਹੜਾ ਆਪਣਾ ਮੇਲਸ ਆ, ਸੋ ਸੇ ਐਗਜ਼ਾਮਪਲ ਮੈਂ ਆਮ ਅ ਮੇਲ, ਮੈਨੂੰ 180 ਗ੍ਰਾਮ
ਪ੍ਰੋਟੀਨ ਚਾਹੀਦਾ ਡੇਲੀ, ਕਰਕੇ ਮੇਰਾ ਭਾਰ 180 ਪਾਉਂਡਸ ਹੈ। ਜਿਹੜਾ ਕਿ ਕੁੜੀ ਹੋਵੇ ਉਹਨਾਂ ਦਾ ਭਾਰ ਹੈ 180 ਪਾਉਂਡਸ, ਉਹਨੂੰ ਕੱਲਾ 0.7 ਗ੍ਰਾਮਸ ਪਰ ਬਾਡੀ, ਸੋ ਉਹਨੂੰ ਅਰਾਊਂਡ 100 ਗ੍ਰਾਮ ਚਾਹੀਦਾ ਪਰ ਡੇ। ਜੇ ਉਸ ਤੋਂ ਵੱਧ ਖਾ ਰਿਹਾ ਤਾਂ ਮਤਲਬ ਐਡੀਪੋਜ਼ ਟਿਸ਼ੂ ਦੇ ਵਿੱਚ ਜਮਾ ਹੋ ਜਾਊਗਾ। ਹਾਂਜੀ, ਤਾਂ ਇਹਦਾ ਮਤਲਬ ਫਿਰ ਢਿੱਡ ਵਧੂਗਾ ਜੀ। ਇਸ ਕਰਕੇ ਬੇਨਤੀ ਹੈ ਕਿ ਜਿੰਨਾ ਤੁਹਾਡਾ ਵਜ਼ਨ ਹੈ, ਜੇ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਤੁਸੀਂ ਜਿਹੜਾ ਹੈ ਜੀ ਉਹ ਸੰਦੀਪ ਹੋਰਾਂ ਦਾ ਫੋਨ ਜਿਹੜਾ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਵਾਪਸ ਆ ਕੇ ਫਿਰ ਤੁਹਾਨੂੰ ਇਸ ਗੱਲ ਦੇ ਉੱਤੇ ਤੁਹਾਨੂੰ ਥੋੜਾ ਚੁਕੰਨਾ ਕਰਾਂਗੇ। ਵਿਲ ਅਲਰਟ ਯੂ ਵਨਸ ਅਗੇਨ ਆਫਟਰ ਦਿਸ ਕਮਰਸ਼ੀਅਲ ਬ੍ਰੇਕ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ। ਸਿਹਤ ਸੰਬੰਧੀ ਗੱਲਬਾਤ ਅਸੀਂ ਸੰਦੀਪ ਸੰਘਾ ਹੋਰਾਂ ਦੇ ਨਾਲ ਕਰ ਰਹੇ ਹਾਂ। ਸੋ ਸੰਦੀਪ, ਵੈਲਕਮ ਬੈਕ ਟੂ ਦ ਸ਼ੋ। ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਵਨਸ ਅਗੇਨ। ਗੱਲ ਹੋ ਰਹੀ ਸੀ ਕਿ ਸਾਡੇ ਪੰਜਾਬੀਆਂ ਦੇ ਢਿੱਡ ਵੱਧ ਜਾਂਦੇ ਨੇ, ਸਾਰਿਆਂ ਦੇ ਵੱਧ ਜਾਂਦੇ ਨੇ, ਹੋਰ ਦੇ ਵੀ, ਜੇ ਕੋਈ ਗਲਤ ਖਾਣਾ ਖਾਏਗਾ। ਤੇ ਉਹ ਵਧਣ ਦਾ ਕਾਰਨ ਜਿਹੜਾ ਹੈ ਜੀ ਉਹ ਸਾਡਾ ਕਾਰਬੋਹਾਈਡਰੇਟਸ ਦਾ ਭਾਵ ਰੋਟੀਆਂ, ਪਰੌਂਠੇ, ਜਿਵੇਂ ਕਹਿੰਦੇ ਤਹਿ ਲਾ ਕੇ ਰੋਟੀਆਂ ਖਾਣੀਆਂ 1 2 3 4 5 ਉਹ ਜਿਹੜੇ ਹੈ ਜੀ ਉਹ ਫਿਰ ਇੱਥੇ ਜਿਹੜੀ ਤਹਿ ਬਾਹਰ ਹੁੰਦੀ ਨਾ, ਉਹ ਤਹਿ ਫਿਰ ਸਾਡੇ ਇੱਥੇ ਲੱਗ ਜਾਂਦੀ ਹੈ। ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਇੰਨੇ ਅੱਛੇ ਆਪਸ਼ਨਸ ਅਵੇਲੇਬਲ ਹੁੰਦੇ ਨੇ। ਹਾਂਜੀ, ਔਰ ਸਿਰਫ ਤੇ ਸਿਰਫ ਜਿਵੇਂ ਆਪਾਂ ਨਿਯਮਿਤ ਰੂਪ ਦੇ ਵਿੱਚ ਰੈਗੂਲਰਲੀ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹਾਂ, ਆਪਾਂ ਇਹ ਨਹੀਂ ਭੁੱਲਦੇ ਕਿ ਅਸੀਂ ਗੱਡੀ ਸਟਾਰਟ ਕਰਨੀ ਆ, ਅਸੀਂ ਇਹ ਨਹੀਂ ਭੁੱਲਦੇ ਕਿ ਅਸੀਂ ਆਹ ਕੱਪੜੇ ਪਾ ਕੇ ਜਾਣੇ ਨੇ, ਜਾਂ ਅਸੀਂ ਇਹ ਵੀ ਨਹੀਂ ਭੁੱਲਦੇ ਕਿ ਅਸੀਂ ਕੀ ਖਾਣਾ ਵਾ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਹੜਾ ਅਸੀਂ ਖਾ ਰਹੇ ਹਾਂ, ਆਪਣੇ ਸਰੀਰ 'ਚ ਸੁੱਟ ਰਹੇ ਹਾਂ, ਡੋਂਟ ਮੇਕ ਇਟ ਅ ਡਸਟਬਿਨ ਔਰ ਅ ਗਾਰਬੇਜ ਕੈਨ। ਇਟ ਇਜ਼ ਯੂਅਰ ਬਾਡੀ, ਜਿਹੜੀ ਕਿ ਤੁਹਾਨੂੰ ਬਹੁਤ ਬੜੀ, ਜੇ ਆਪਾਂ ਧਾਰਮਿਕ ਤੌਰ 'ਤੇ ਸੋਚ ਲਈਏ, ਇਹ ਨਾ ਜੀ ਲੱਖਾਂ ਕਰੋੜਾਂ ਜੂਨੀਆਂ ਜਿਹੜੀਆਂ ਹਨ ਜੀ, ਉਹਨਾਂ ਸਪੀਸ਼ੀਜ਼ ਦੇ ਵਿੱਚੋਂ ਵੀ ਆਰ ਦਾ ਮੋਸਟ ਇੰਪੋਰਟੈਂਟ ਸਪੀਸ਼ੀਜ਼ ਔਨ ਦਿਸ ਪਲੈਨਟ ਅਰਥ। ਸਾਨੂੰ ਇਹ ਜਿਹੜੀ ਬਾਡੀ ਮਿਲੀ, ਇਹਨੂੰ ਨੁਕਸਾਨ ਇਹਦਾ ਕਰੀਏ ਬਹੁਤਾ। ਸੰਦੀਪ, ਬਹੁਤ ਸਾਰੇ ਸਾਡੇ ਵੀਰ ਭੈਣ ਨਾਰਾਜ਼ ਵੀ ਹੋ ਜਾਣਗੇ ਸਾਡੇ ਨਾਲ, ਪਰ ਅਸੀਂ ਤੁਹਾਨੂੰ ਤੁਹਾਡੇ ਜਿਹੜੀ ਨੁਕਸਾਨ ਵਾਲੀ ਗੱਲ ਹੈ ਨਾ, ਜੇ ਅਸੀਂ ਉਹ ਅੱਜ ਦੱਸਣੀ ਹੈ। ਅਸੀਂ ਇਹ ਮਨ ਬਣਾਇਆ ਹੈ ਕਿ ਜੋ ਤੁਸੀਂ ਗਲਤ ਕਰ ਰਹੇ ਹੋ, ਜਾਂ ਮੈਂ ਵੀ ਗਲਤ ਕੀਤਾ ਹੋਏਗਾ, ਕਰ ਰਿਹਾ ਹੋਵਾਂਗਾ ਖਾਣ ਪੀਣ ਦੇ ਮਾਮਲੇ 'ਚ, ਉਹਦੇ ਬਾਰੇ ਅਸੀਂ ਜ਼ਿਕਰ ਕਰਨਾ ਹੈ ਜੀ। ਹਾਂਜੀ, ਸਾਡੇ ਨਾ ਜੀ ਹੁੰਦਾ ਕੀ ਹੈ ਜੀ, ਜਿਮ ਜਦੋਂ ਜਾਣ ਲੱਗ ਜਾਂਦਾ ਨਾ ਜੀ ਕੋਈ ਬੰਦਾ, ਮੈਂ ਆਪਣੇ ਕਹਿੰਦਾ ਕਿ ਮੈਂ ਜਦੋਂ ਜਿਮ ਜਾਣ ਲੱਗਦਾ, ਮੈਨੂੰ ਇਹ ਲੱਗਦਾ ਕਿ ਇਹ ਭੁੱਲ ਜਾਂਦਾ ਕਿ ਮੈਨੂੰ ਇਹ ਤੇ ਦੱਸਤਾ ਸੰਦੀਪ ਨੇ ਕਿ ਕਾਰਬ ਇੰਨੇ 1 ਗ੍ਰਾਮ ਪਰ ਪਾਊਂਡ, ਜੇ ਤੁਹਾਡਾ 180 ਪਾਊਂਡ ਹੈਗਾ ਤੁਹਾਡਾ weight, ਤਾਂ 180 ਪਾਊਂਡ ਦਾ ਮਤਲਬ ਹੋ ਗਿਆ ਕਿੰਨੇ ਗ੍ਰਾਮ ਪ੍ਰੋਟੀਨ 180 ਗ੍ਰਾਮ ਚਾਹੀਦਾ। ਹਾਂ, ਪ੍ਰੋਟੀਨ ਤੁਹਾਨੂੰ 1 ਗ੍ਰਾਮ ਪਰ ਉਹਦੇ ਪਾਊਂਡ ਦੇ ਹਿਸਾਬ ਨਾਲ ਚਾਹੀਦਾ, 180 ਗ੍ਰਾਮ ਪ੍ਰੋਟੀਨ ਚਾਹੀਦਾ। ਹਾਂਜੀ, ਪਰ ਮੈਂ ਕੀ ਕਰਦਾ ਜੀ, ਮੈਂ ਉਹ ਗ੍ਰਾਮ ਭੁੱਲ ਜਾਂਦਾ ਜੀ। ਤਾਂ ਮੈਨੂੰ ਇਹ ਲੱਗਦਾ ਕਿ ਹਾਂ ਪ੍ਰੋਟੀਨ ਕਿਹਾ ਸੀਗਾ, ਤੇ ਆਹ ਚੱਕੋ ਜੀ ਪਨੀਰ ਦੀ ਅੱਧੀ ਟਿੱਕੀ, ਰਾਈਟ? ਸੋ ਦੈਟਸ ਰੌਂਗ, ਗਲਤ ਹੋ ਗਿਆ ਜੀ ਕੰਮ। ਔਰ ਜਦੋਂ 3 ਦਿਨ 4 ਦਿਨ ਜਿਮ ਲਗਾ ਲਿਆ, ਤੇ ਸ਼ਾਮ ਨੂੰ ਸਾਡੇ ਬਹੁਤ ਸਾਰੇ ਵੀਰ ਭੈਣ ਹੋਣਗੇ ਜਿਹੜੇ ਕੀ ਕਹਿਣਗੇ, ਬੜਾ ਥੱਕ ਗਏ ਜੀ, ਅੱਜ ਫਿਰ ਚੱਕ ਦੋ, ਅੱਜ ਫਿਰ ਕਰਾਉਣ ਦੀ ਹੈ ਨਾ ਜੀ, ਢੱਕਣ ਜਿਹੜਾ ਜੀ ਉਹ ਹੈ ਨਾ ਜੀ, ਖੋਲ ਲਓ ਉਹਦਾ ਜੀ। ਸੋ ਉਹ ਜਿਹੜੀ ਹੈਗੀ ਐਲਕੋਹਲ ਆ, ਉਹ ਐਲਕੋਹਲ ਕਿੰਨੀ ਕੁ ਨੁਕਸਾਨਦਾਇਕ ਹੈ ਜੀ? ਹਾਊ ਮਚ ਆਈ ਮੀਨ ਹਾਰਮਫੁਲ ਇਜ਼? ਹਾਂਜੀ, ਬਹੁਤ ਹਾਰਮਫੁਲ ਹੈ। ਐਲਕੋਹਲ ਦੇ ਵਿੱਚ ਯੂਜੂਅਲੀ ਕੋਈ ਕੈਲੋਰੀਜ਼ ਨਹੀਂ ਹੁੰਦੀ, ਪਰ ਜਿਹੜੇ ਆਪਣੇ ਬੀਅਰ ਆ ਉਹਦੇ ਵਿੱਚ ਬਹੁਤ ਕਾਰਬਸ ਹੁੰਦੇ, ਹਾਈ ਕੈਲੋਰੀ ਹੁੰਦੇ ਆ। ਅਤੇ ਜਦੋਂ ਤੁਸੀਂ ਐਲਕੋਹਲ ਪੀਂਦੇ ਆ, ਪਹਿਲਾ ਚੀਜ਼ ਹੁੰਦੀ, ਜਦੋਂ ਤੁਸੀਂ ਐਕਸਰਸਾਈਜ਼ ਕਰਦੇ, ਜਿਹੜਾ ਆਪਣਾ ਹਾਰਮੋਨ ਆ ਆਪਣੇ ਬਾਡੀ ਵਿੱਚ ਪ੍ਰੋਟੀਨ ਆ, ਜਦੋਂ ਮਸਲ ਬਿਲਡ ਕਰਦਾ ਆ, ਜਦੋਂ ਤੁਸੀਂ ਐਲਕੋਹਲ ਪੀਂਦੇ, ਉਹ ਹਾਰਮੋਨ ਸਪਰੈਸ ਹੋ ਜਾਂਦਾ। ਸੋ ਜਦੋਂ ਤੁਸੀਂ ਐਕਸਰਸਾਈਜ਼ ਕਰਦੇ, ਉਹ ਹਾਰਮੋਨ ਆ ਤੁਹਾਡੀ ਮਸਲ ਬਿਲਡ ਹੁੰਦਾ। ਜਦੋਂ ਤੁਸੀਂ ਐਲਕੋਹਲ ਪੀਂਦੇ ਆ, ਉਹ ਹਾਰਮੋਨ ਪੂਰਾ ਸਪਰੈਸ ਹੋ ਜਾਂਦਾ। ਸੋ ਤੁਹਾਨੂੰ ਲਿਮਿਟ ਕਰਦਾ ਜਿੰਨਾ ਤਾਂ ਮਸਲ ਬਾਡੀ ਤੁਹਾਡੀ ਪ੍ਰੋਡਿਊਸ ਕਰ ਸਕਦੀ ਆ। ਓਕੇ, ਤੇ ਫਿਰ ਨੈਕਸਟ ਡੇ ਜਦੋਂ ਲੋਕੀ ਪੀਂਦੇ ਹੁੰਦੇ ਆ, ਨੈਕਸਟ ਡੇ ਦਾ ਉੱਠ ਨਹੀਂ ਹੁੰਦਾ। ਵਾਓ, ਕਿਉਂਕਿ ਲੋ ਵਾਟਰ ਲੈਵਲ ਲੋ ਹੋ ਜਾਂਦਾ, ਸ਼ੂਗਰ ਲੈਵਲ ਸਾਰਾ ਕੁਝ ਲੋ ਹੋ ਜਾਂਦਾ। ਕਿਆ ਬਾਤ ਹੈ, ਬੜੀ ਵਧੀਆ ਗੱਲ ਦੱਸੀ ਹੈ ਜੀ। ਜਿਹੜੀ ਸ਼ਰਾਬ ਪੀਣ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਜਿਹੜੇ ਹਾਰਮੋਨ ਨੇ ਤੁਹਾਡੀ ਬਾਡੀ ਨੂੰ ਤੰਦਰੁਸਤ ਰੱਖਣਾ ਸੀ, ਤੁਹਾਡੀ ਜਿਹੜੀ ਹੈ ਜਿਹਨੇ ਮਸਲ ਬਿਲਡ ਕਰਨੇ ਸੀ, ਉਹ ਸੌਂ ਜਾਂਦਾ ਜੀ। ਔਰ ਸੌਂ ਐਸਾ ਜਾਂਦਾ ਕਿ ਫਿਰ ਪੱਕਾ ਹੀ ਸੌਂ ਜਾਂਦਾ ਹੈ। ਸੋ ਖਿਆਲ ਰੱਖੋ ਕਿ ਤੁਸੀਂ ਅਜਿਹਾ ਕੰਮ ਨਾ ਕਰੋ। ਖਾਸ ਤੌਰ 'ਤੇ ਸ਼ਰਾਬ ਜਿਹੜੀ ਹੈ ਜੀ, ਉਹ ਤੁਹਾਡੇ ਸਿਹਤ ਦੇ ਲਈ ਬਹੁਤ ਨੁਕਸਾਨਦਾਇਕ ਹੈ। ਸੰਦੀਪ ਹੋਰਾਂ ਤਾਂ 2-3 ਗੱਲਾਂ ਹੋਰ ਵੀ ਕਹੀਆਂ ਨੇ। ਤੁਹਾਡਾ ਪਾਣੀ ਸੁੱਕ ਜਾਂਦਾ ਜੀ, ਤੁਹਾਡਾ ਜਿਹੜਾ ਸਰੀਰ ਦੇ ਜਿਹੜਾ ਲੈਥਾਰਜਿਕ ਹੋ ਜਾਂਦਾ, ਦੂਜੇ ਦਿਨ ਤੁਹਾਡੇ ਕੋਲ ਉੱਠ ਨਹੀਂ ਹੁੰਦਾ, ਤੁਸੀਂ ਕੰਮ ਦਾ ਨੁਕਸਾਨ, ਪੈਸੇ ਦਾ ਨੁਕਸਾਨ। ਠੀਕ ਹੈ, ਜਿਹੜੇ ਪੀਂਦੇ ਨੇ, ਜਿਹੜੇ ਉਹਨਾਂ ਨੂੰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਤੁਸੀਂ ਪੀਣੋਂ ਹਟ ਜਾਓ, ਪਰ ਅਸੀਂ ਇਹ ਕਹਿ ਸਕਦੇ ਕਿ ਪੀਣ ਦੇ ਨੁਕਸਾਨ ਕੀ ਨੇ, ਨਾ ਪੀਣ ਦੇ ਫਾਇਦੇ ਕੀ ਨੇ। ਹਾਂਜੀ, ਥੋੜਾ ਲਿਮਿਟ ਚਾਹੀਦਾ ਆ। ਜਿਹੜੀ ਆਪਣੀ ਕਮਿਊਨਿਟੀ ਆ, ਆਪਣੇ ਵੈਡਿੰਗਸ ਬਰਥਡੇ ਹੁੰਦੇ, ਆਪਣੇ ਪਾਰਟੀਜ਼ ਬਰਥਡੇ ਹੁੰਦੇ ਆ, ਪਰ ਮੈਂ ਕਹਿੰਦਾ ਨਹੀਂ ਨਾ ਡਰਿੰਕ ਤਾਂ ਸਟਾਪ ਕਰ ਲਓ,
ਆਪਣੀ ਕਮਿਊਨਿਟੀ ਵਿੱਚ ਹੁਣ ਸਮਰ ਟਾਈਮ ਆ ਗਿਆ, ਪਰ ਥੋੜਾ ਬੈਲੈਂਸ ਰੱਖਣਾ ਪੈਂਦਾ ਆ। ਯੂ ਕੈਨ ਬੀ ਡਰਿੰਕਿੰਗ ਐਵਰੀ ਡੇ। ਜਦੋਂ ਕੋਈ ਪਾਰਟੀ ਨਹੀਂ ਹੁੰਦੀ, ਜਿਹੜਾ ਆਪਣੀ ਕਮਿਊਨਿਟੀ ਹੁੰਦੀ, ਉਦੋਂ ਵੀ ਪੀਂਦੇ ਹੁੰਦੇ। ਘਰ ਤੋਂ ਬਾਅਦ, ਕੰਮ ਤੋਂ ਬਾਅਦ ਆਉਣਾ, ਫਿਰ 1-2 ਲਾ ਲੈਣੇ। ਪਰ ਫਿਰ ਜਦੋਂ ਤੁਸੀਂ ਐਕਸਰਸਾਈਜ਼ ਕਰਦੇ, ਮਸਲ ਬਿਲਡ ਕਰਦੇ ਆ, ਇਹਨੂੰ ਥੋੜਾ ਲੈਸ ਕਰਨਾ ਪੈਂਦਾ, ਥੋੜਾ ਬੈਲੈਂਸ ਚਾਹੀਦਾ ਆ। ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਲਿਮਿਟ, ਜਿਵੇਂ ਕਹਿੰਦੇ ਨੇ ਲਿਮਿਟ ਦਾ ਆਪੋਜ਼ਿਟ ਹੁੰਦਾ ਹੈ ਜੀ ਐਕਸੈਸ, ਔਰ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਕਿਸੇ ਵੀ ਚੀਜ਼ ਦੀ ਬਹੁਤਾਤ, ਇੱਕ ਹੁੰਦਾ ਹੈ ਸੀਮਾ, ਇੱਕ ਹੁੰਦਾ ਹੈ ਅਸੀਮਿਤ। ਕਿਸੇ ਵੀ ਚੀਜ਼ ਨੂੰ ਬਹੁਤਾ ਖਾਓਗੇ, ਤੁਸੀਂ ਦੇਸੀ ਘਿਓ ਹੈਲਦੀ ਹੈ ਟੂ ਸਮ ਐਕਸਟੈਂਟ, ਜ਼ਿਆਦਾ ਖਾਓਗੇ ਨੁਕਸਾਨ ਹੋਏਗਾ। ਦਾਰੂ ਹੈ, ਦਵਾਈ ਦੇ ਤੌਰ ਦੇ ਉੱਤੇ ਲਾਓਗੇ ਸ਼ਾਇਦ ਫਾਇਦਾ ਹੋ ਜੇ ਕੋਈ, ਮਤਲਬ ਇਹਦੇ ਬਾਰੇ ਮੈਂ ਇਹ ਨਾ ਸੋਚੋ ਕਿ ਮੈਂ ਕਿਹਾ ਸੀ ਕਿ ਦਵਾਈ ਦੇ ਤੌਰ ਤੇ ਲਓ ਜੀ, ਤੇ ਫਿਰ ਇੱਕ ਬੋਤਲ ਲਿਆਂਦੀ ਤੇ ਮੈਨੂੰ ਤਾਂ ਰੋਜ਼ ਹੀ ਮੇਰਾ ਤਾਂ ਸਿਰ ਪੀੜ ਹੁੰਦਾ ਤੇ ਮੈਂ ਰੋਜ਼ ਹੀ ਦਵਾਈ ਖਾਣਾ। ਸੋ ਲਿਮਿਟ ਜਿਹੜੀ ਹੈ ਜੀ, ਲਿਮਿਟ ਹਰ ਇੱਕ ਚੀਜ਼ ਦੀ ਹੋਣੀ ਚਾਹੀਦੀ ਹੈ। ਸਾਨੂੰ ਜਿੱਥੇ ਇਹ ਸਰੀਰ ਜਿਹੜਾ ਹੈ ਜੀ, ਜੇ ਅਸੀਂ ਚਾਹੁੰਦੇ ਕਿ ਅਸੀਂ 90-100 ਸਾਲ ਤੱਕ ਇਹਨੂੰ ਭੋਗੀਏ, ਕਿਉਂਕਿ ਦਿਸ ਇਜ਼ ਜਸਟ ਅ ਵਨ ਟਾਈਮ ਚਾਂਸ। ਇਹ ਸਮਝ ਲਓ ਕਿ ਆਪਣੇ ਲਈ ਇਹ ਜ਼ਿੰਦਗੀ ਇੱਕ ਵਾਰੀ ਮਿਲੀ ਹੈ, ਤੇ ਇੱਕ ਵਾਰੀ ਮਿਲੀ ਜ਼ਿੰਦਗੀ ਨੂੰ ਅਸੀਂ ਚਾਹੇ ਉਹ ਵਾਧੂ ਖਾਣਾ ਖਾ ਕੇ ਜਾਂ ਵਾਧੂ ਅਜਿਹੇ ਗਲਤ ਨਸ਼ੇ ਕਰਕੇ ਜਾਂ ਸ਼ਰਾਬਾਂ ਪੀ ਕੇ ਨਹੀਂ ਗਵਾਉਣਾ। ਅਗਲੀ ਗੱਲ ਜੀ, ਹਾਂਜੀ, ਸਾਡੇ ਬਹੁਤ ਸਾਰੇ ਐਸੇ ਵੀਰ ਭੈਣ ਵੀ ਨੇ ਸਾਡੇ ਜਿਹੜੇ ਬਹੁਤ ਪਤਲੇ ਹੁੰਦੇ ਨੇ, ਉਹ ਕਹਿੰਦੇ ਮੈਨੂੰ ਕੁਛ ਲੱਗਦਾ ਹੀ ਨਹੀਂ। ਕਿ ਉਹ ਵੀ ਤੁਹਾਡੇ ਕੋਲ ਆਉਂਦੇ ਨੇ ਕਿ ਮੈਂ ਮਤਲਬ ਜਿਮ ਜਾਂ ਆ ਕੇ ਉਹਨਾਂ ਤੁਸੀਂ ਇਜ਼ देयर ਐਨੀ ਐਕਸਰਸਾਈਜ਼ ਔਰ ਐਨੀ ਫੂਡ ਡਾਈਟ ਫॉर them, ਡਾਈਟ ਪਲਾਨ ਫॉर them ਐਜ਼ ਵੈਲ? ਹਾਂਜੀ, ਜਿਹੜੇ ਮੇਰੇ ਕੋਲ ਬਹੁਤ ਕਲਾਇੰਟ ਆਉਂਦੇ ਜਿਹੜੇ ਕਹਿੰਦੇ ਮੈਂ ਪਾਰ ਗੇਨ ਕਰਨਾ। ਫਿਰ ਜਦੋਂ ਪਹਿਲਾ ਦਿਨ ਆਉਂਦੇ ਆ, ਅਸੀਂ ਅਸੈਸਮੈਂਟ ਕਰਦੇ, ਅਸੀਂ ਗੱਲ ਕਰਦੇ ਤੁਹਾਡਾ ਗੋਲ ਕੀ ਹੈ, ਭਾਰ ਚੱਕਣਾ, ਤੁਹਾਡੇ ਮੈਜ਼ਰਮੈਂਟ ਕਰਨੇ ਆ। ਤੇ ਲੋਕ ਕਹਿੰਦੇ ਮੇਰਾ ਭਾਰ ਗੇਨ ਨਹੀਂ ਹੁੰਦਾ, ਉਹ ਕਹਿੰਦਾ ਪਰ ਮੈਂ ਬਹੁਤ ਖਾਂਦਾ। ਪਰ ਜਿਹੜੇ ਜ਼ਿਆਦਾ ਲੋਕੀ ਜਿਹੜੇ ਪਤਲੇ ਹੁੰਦੇ ਆ, ਉਹਨਾਂ ਦਾ ਮੈਟਾਬੋਲਿਜ਼ਮ ਬਹੁਤ ਫਾਸਟ ਹੁੰਦਾ। ਸੋ ਜਦੋਂ ਉਹ ਖਾਂਦੇ ਆ, ਉਹਨਾਂ ਦੀ ਬਾਡੀ ਨੂੰ ਅਬਜ਼ੋਰਬ ਫਾਸਟ ਹੋ ਜਾਂਦਾ ਤੇ ਉਹਨਾਂ ਦਾ ਭਾਰ ਗੇਨ ਨਹੀਂ ਹੁੰਦਾ। ਸੋ ਜਿਹੜੇ ਉਹ ਹੁੰਦੇ ਆ, ਉਹਨਾਂ ਨੂੰ ਕੈਲੋਰੀਜ਼ ਕਾਊਂਟ ਕਰਨੇ ਪੈਂਦੇ ਆ। ਤੁਸੀਂ ਜਿਹੜੇ ਕੈਲੋਰੀਜ਼ ਨੇ ਤੁਹਾਡੇ ਕਾਰਬਸ, ਪ੍ਰੋਟੀਨ ਤੇ ਫੈਟ, ਇਹ ਤੁਸੀਂ ਕਹਿੰਦੇ ਮੈਂ ਜ਼ਿਆਦਾ ਖਾਂਦਾ, ਮੇ ਬੀ ਤੁਸੀਂ ਜਿਹੜੇ ਰੋਂਗ ਚੀਜ਼ਾਂ ਉਹ ਜ਼ਿਆਦਾ ਖਾਂਦੇ ਆ, ਤੇ ਤੁਹਾਨੂੰ ਜਿਹੜੇ ਕਾਰਬਸ ਆ ਉਹ ਤੁਹਾਨੂੰ ਮੈਜ਼ਰ ਕਰਨੇ ਪੈਂਦੇ ਆ। ਸੋ ਜਦੋਂ ਮੇਰੇ ਕਲਾਇੰਟ ਕਹਿੰਦੇ ਉਹ ਅਸੀਂ ਬਹੁਤ ਖਾਂਦੇ, ਜਦੋਂ ਉਹਨਾਂ ਨੂੰ ਡਾਈਟ ਪਲਾਨ ਦਿੰਦਾ ਆ, ਕੈਲੋਰੀਜ਼ ਹੁੰਦੇ 3-4,000 ਤੇ ਜਿਹੜੇ ਕਾਰਬਸ ਹੁੰਦੇ 200-300, ਉਹ ਕਹਿੰਦੇ ਲੱਗਦਾ ਮੈਂ ਮੇ ਬੀ ਨਹੀਂ ਇੰਨਾ ਜ਼ਿਆਦਾ ਖਾਂਦਾ ਸੀ। ਸੋ ਸਾਰਾ ਕੁਝ ਮੈਜ਼ਰ ਕਰਨਾ ਪੈਂਦਾ। ਜਿਹੜੇ ਭਾਰ ਨੇ ਘਟਾਉਣਾ ਆ, ਉਹਨਾਂ ਨੂੰ ਵੀ ਮੈਜ਼ਰ ਕਰਨਾ ਪੈਂਦਾ। ਜਿਹਨੇ ਤੁਸੀਂ ਭਾਰ ਗੇਨ ਕਰਨਾ, ਉਹਨਾਂ ਨੂੰ ਵੀ ਕੈਲੋਰੀਜ਼ ਕੈਲੋਰਿਕ ਸਰਪਲਸ ਵਿੱਚ ਜਾਣਾ ਪੈਂਦਾ, ਜ਼ਿਆਦਾ ਖਾਣਾ ਪੈਂਦਾ। ਬਹੁਤ ਅੱਛਾ ਜੀ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਜੀ। ਔਰ ਮੈਂ ਆਪਣੇ ਉਹਨਾਂ ਮਤਲਬ ਕਈ ਵਾਰੀ ਇਹ ਹੁੰਦਾ ਕਿ ਅਸੀਂ ਕਈ ਸਾਡੇ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਉਹ ਜਦੋਂ ਵੀ ਉਹ ਕਿਤੇ ਘਰੇ ਜਾਂ ਕਿਤੇ ਵੀ ਹੁੰਦੇ ਨੇ, ਔਰ ਪਿਛਲੇ 2 ਸਾਲਾਂ ਦੇ ਵਿੱਚ ਤਾਂ ਵਰਕਿੰਗ ਫਰੋਮ ਹੋਮ ਦਾ ਇਨਵਾਇਰਮੈਂਟ ਰਿਹਾ, ਜਿਹੜਾ ਕਿ ਬੜਾ ਫਾਇਦੇਮੰਦ ਵੀ ਸੀਗਾ ਕਿ ਤੁਸੀਂ ਆਪਣੇ ਫੈਮਿਲੀ ਦੇ ਨਾਲ ਸੀ, ਪਰ ਕਈ ਮਾਮਲਿਆਂ ਦੇ ਵਿੱਚ ਉਹ ਨੁਕਸਾਨਦਾਇਕ ਵੀ ਹੋਇਆ। ਬਿਕੋਜ਼ ਯੂ ਆਰ ਜਸਟ ਸਿਟਿੰਗ ਨੈਕਸਟ ਟੂ ਦ ਕਿਚਨ ਐਂਡ ਯੂ ਨੋ ਕਿ ਤੁਹਾਡੀ ਕਿਚਨ ਦੇ ਵਿੱਚ, ਤੁਹਾਡੇ ਕਬਰਡਸ ਦੇ ਵਿੱਚ ਆ ਵੀ ਪਿਆ ਤੇ ਜਿਹੜੀ ਉਹ ਹੁੰਦੀ ਹੈ ਨਾ, ਜਿਹੜੀ ਕਾਰਵਿੰਗ ਹੁੰਦੀ ਹੈ, ਕ੍ਰੇਵਿੰਗ ਹੁੰਦੀ ਹੈ ਨਾ ਜੀ, ਕ੍ਰੇਵਿੰਗ ਫॉर ਥਿੰਗਸ। ਸੋ ਹਾਂਜੀ, ਮੈਂ ਬਹੁਤ ਹੁਣ ਇੰਨੇ ਕੰਮ ਕਰ ਲਿਆ ਤੇ ਹੁਣ ਜਾ ਕੇ 2 ਬਿਸਕੁਟ ਚੱਕ ਲਿਆ ਵਾਂ। ਉਹ ਇੱਕ 2 ਕਰਕੇ, ਇੱਕ ਚਮਚਾ, 2 ਚਮਚੇ ਕਰਕੇ ਨਾ ਤੁਸੀਂ ਪਤਾ ਨਹੀਂ ਕਿੰਨਾ ਕੁਛ ਆਪਾਂ ਆਪਣੇ ਬਾਡੀ 'ਚ ਪਾ ਲੈਂਦੇ। ਔਰ ਕਈ ਲੋਕ ਬੜੇ ਫਿੱਟ ਹੋ ਗਏ ਨੇ, ਕਈ ਲੋਕ ਜਿਹੜੇ ਉਹ ਬਹੁਤ ਉਹਨਾਂ ਨੇ ਆਪਣੀ ਬਾਡੀ ਔਰ ਸ਼ੇਪ ਨੂੰ, ਬਾਡੀ ਦੀ ਜਿਹੜੀ ਸ਼ੇਪ ਉਹ ਬਿਲਕੁਲ ਵਿਗਾੜ ਲਈ ਹੈ। ਜੰਕ ਫੂਡ, ਹਾਂਜੀ, ਕਈ ਚੀਜ਼ਾਂ ਨੂੰ ਨਾ ਜੰਕ ਫੂਡ ਜੇ ਕਹੋ ਨਾ ਜੰਕ ਫੂਡ ਹੈ, ਤਾਂ ਤੁਹਾਡੇ ਨਾਲ ਅਗਲਾ ਲੜਾਈ ਕਰਨ ਨੂੰ ਆਉਂਦਾ। ਹੋ ਹਾਊ ਕਮ ਦਿਸ ਇਜ਼ ਜੰਕ ਫੂਡ, ਇਟਸ there is a salad, there is tomato, this and there is ਜਿਹੜਾ 버ਗਰ ਦੀ ਮੈਂ ਗੱਲ ਕਰ ਰਿਹਾ, ਮੈਂ ਕਿਸੇ ਕੰਪਨੀ ਦਾ ਨਾਂ ਨਹੀਂ ਲੈਂਦਾ। ਉਹ ਨਾ ਕਹਿੰਦੇ ਨੇ ਵੱਡਾ 버ਗਰ, ਉਹ ਕਹਿੰਦੇ ਸਾਡਾ ਐਡਾ ਵੱਡਾ 버ਗਰ। ਆਈ ਮੀਨ ਐਡਾ ਵੱਡਾ ਤੁਹਾਡਾ ਮੂੰਹ ਨਹੀਂ ਹੈ। ਸੋ ਵਾਟ ਮਾਈ ਅੰਡਰਸਟੈਂਡਿੰਗ ਇਜ਼, ਆਈ ਮੀਨ ਵਾਟ ਮਾਈ ਫਾਰਮੂਲਾ ਇਜ਼, ਇਫ ਐਨੀਥਿੰਗ ਇਜ਼ ਬਿਗਰ ਦੈਨ ਯੂਰ ਮਾਊਥ ਐਂਡ ਯੂ ਆਰ ਈਟਿੰਗ ਦੈਟ, ਆਈ ਮੀਨ whether it's in piece of it, that's gonna be harmful for you. ਹਾਂਜੀ, if I have this big burger, ਮੂੰਹ ਤੇ ਮੇਰਾ ਇੰਨਾ ਖੁੱਲਦਾ, 버ਗਰ ਐਡਾ ਵੱਡਾ, so I cannot. so ਇਹ ਜੰਕ ਫੂਡ, ਉਹਨੂੰ ਜੰਕ ਫੂਡ ਨਹੀਂ ਕਹਿਣ ਦਿੰਦੇ ਜੀ, ਪਰ ਉਹ ਪ੍ਰੋਸੈਸਡ ਫੂਡ ਹੁੰਦਾ ਜੀ। ਔਰ ਤੁਹਾਨੂੰ ਪਤਾ ਸਾਰੇ ਖਾ ਰਹੇ ਆ, ਸਾਰੇ ਹੀ ਬੱਚਿਆਂ ਨੂੰ ਵੀ ਖਿਲਾ ਰਹੇ ਆ। ਸੋ ਜੰਕ ਫੂਡਸ ਜਿਹੜੇ ਨੇ ਜੀ, ਐਕਸਰਸਾਈਜ਼ ਬੰਦਾ ਬਹੁਤ ਕਰ ਰਿਹਾ, ਲੇਕਿਨ ਉਹ ਜਾਂਦੇ ਜੈਨ ਪੂਰਾ ਲੈ ਜਾਂਦਾ ਭਰ ਕੇ, ਐਡੀ ਵੱਡੀ ਕੋਕ ਦੀ ਬੋਤਲ, ਹੈ ਨਾ ਜੀ। ਕਹਿੰਦਾ ਜੀ ਸੰਦੀਪ ਨੇ ਕਿਹਾ ਸੀ ਕਿ ਲਿਕੁਇਡ ਜ਼ਿਆਦਾ ਪੀਣਾ, ਪਰ ਲਿਕੁਇਡ ਦਾ ਮਤਲਬ ਇਹ ਥੋੜ੍ਹਾ ਕਿ ਲਿਕੁਇਡ ਦਾ ਮਤਲਬ ਵਾਟਰ ਹੈ ਜੀ, ਹੈ ਨਾ ਜੀ। ਇਟਸ ਨਾਟ ਦਾ ਕਿ ਤੁਸੀਂ ਸੌਫਟ ਡਰਿੰਕਸ ਜਿਹੜੇ ਜਿਹਨਾਂ 'ਚ ਆਲਰੇਡੀ ਸ਼ੂਗਰ ਹੁੰਦਾ। ਸੌਫਟ ਜਿਹੜੇ ਜੰਕ ਫੂਡ ਹੈ ਇਹ ਬਾਡੀ ਨੂੰ ਕਿਵੇਂ ਨੁਕਸਾਨ ਕਰਦਾ। ਅਤੇ ਐਕਸਰਸਾਈਜ਼ ਜਿਹੜੀ ਹੈ ਜੀ, ਇਹ ਦੱਸੋ ਕਿ ਕਿੰਨੀ ਐਕਸਰਸਾਈਜ਼ ਕਰਨੀ ਪਏਗੀ ਜੇਕਰ ਜੰਕ ਫੂਡ ਖਾਧਾ?
ਹਾਂਜੀ ਯਾ ਜਦੋਂ ਤੁਸੀਂ ਫਾਸਟ ਫੂਡ ਖਾਂਦੇ ਜੰਕ ਫੂਡ ਖਾਂਦੇ, ਮੈਂ ਕਹਿੰਦਾ ਨਹੀਂ ਲਾਈਕ ਰੋਬੋਟ ਵਾਂਗੂ ਬਣ ਜਾਓ, ਕਦੇ ਸਾਰਾ ਕੁਛ ਛੱਡ ਦਿਓ। ਤੁਹਾਡਾ ਬੈਲੈਂਸ ਹੋਣਾ ਚਾਹੀਦਾ ਤੇ ਲਿਮਿਟ ਹੋਣਾ ਚਾਹੀਦਾ ਆ। ਇਹ ਤੁਸੀਂ ਦਿਨ ਵਿੱਚ 3 ਮੀਲ ਖਾਂਦੇ ਆ, ਤੁਹਾਡੇ ਇੱਕ ਵੀਕ ਵਿੱਚ ਅਰਾਊਂਡ 21 ਮੀਲ ਹੋ ਜਾਂਦੇ 7 ਦਿਨਾਂ ਵਿੱਚ। ਇਹ ਤੁਸੀਂ 1 ਜਾਂ 2 ਬੜੀ ਫਾਸਟ ਫੂਡ ਖਾਂਦੇ ਆ, ਫਿਰ ਥੋੜਾ ਬੈਲੈਂਸ ਠੀਕ ਰਹਿੰਦਾ ਆ। ਤੇ ਜਿਹੜੇ ਫਾਸਟ ਫੂਡ ਦੇ ਨਾਲ ਸੋਡੀਅਮ ਜ਼ਿਆਦਾ ਹੁੰਦਾ ਆ, ਕਾਰਬ ਜ਼ਿਆਦਾ ਹੁੰਦਾ, ਓਇਲੀ ਵੀ ਹੁੰਦਾ ਆ। ਜਿਹੜਾ ਖਾਣਾ ਤੁਸੀਂ ਘਰੋਂ ਖਾਂਦੇ ਉਹ ਥੋੜਾ ਨੈਚੁਰਲ ਹੋ ਜਾਂਦਾ। ਬਹੁਤ ਅੱਛੇ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹਨਾਂ ਦੀ ਜਿਹੜੀ ਐਨੀਵਰਸਰੀ ਹੈ ਉਹ ਆ ਰਹੀ ਹੈ ਅਗਲੇ ਮਹੀਨੇ, ਔਰ ਤਾਰੀਖ ਦੱਸ ਦੇਣਗੇ, ਔਰ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਾਂਗੇ। 6ਵੀਂ ਐਨੀਵਰਸਰੀ ਜਿਹੜੀ ਹੈ ਜੀ, ਕਿੰਨੀ ਤਾਰੀਖ ਨੂੰ ਹੈ ਆਪਣੀ ਐਨੀਵਰਸਰੀ? ਜੂਨ 11 11 ਜੂਨ 2022। ਐਡਰੈਸ ਵੀ ਦੱਸ ਦਿਓ ਜੀ। ਹਾਂਜੀ 2080 ਸਟੀਲਸ ਐਵਨਿਊ ਈਸਟ। ਜਿਹੜੇ ਆਉਣਾ ਚਾਹੁੰਦੇ ਆ ਉਹ ਤੋਂ ਪਹਿਲਾਂ ਵੀ ਤੁਸੀਂ ਮੈਨੂੰ ਕੰਟੈਕਟ ਵੀ ਕਰ ਸਕਦੇ ਆ। ਤੇ ਅਸੀਂ ਕੋਈ ਕੁਐਸਚਨ ਹੈਗੇ ਤੁਹਾਡੇ ਨਿਊਟ੍ਰੀਸ਼ਨ ਦਾ, ਡਾਈਟ ਦਾ, ਭਾਰ ਘਟਾਉਣ ਦਾ, ਭਾਰ ਗੇਨ ਕਰਨ ਦਾ, ਐਨੀ ਗੋਲਸ ਆ, ਤੁਸੀਂ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ। ਔਰ ਮੈਂ ਆਪਣੇ ਦਰਸ਼ਕਾਂ ਲਈ ਦੱਸ ਦਿਆਂ ਕਿ ਇਹ ਐਨੀਵਰਸਰੀ ਸਿਰਫ ਇੱਦਾਂ ਐਨੀਵਰਸਰੀ ਨਹੀਂ ਹੈ। ਐਨੀਵਰਸਰੀ ਦੇ ਉੱਤੇ ਤੁਹਾਨੂੰ ਅਸੀਂ ਗਿਫਟਸ, ਤੁਹਾਨੂੰ ਅਸੀਂ ਹੈਂਪਰ ਔਰ ਤੁਹਾਨੂੰ ਅਸੀਂ ਮੈਂਬਰਸ਼ਿਪ ਦੀ ਗਿਫਟ ਦੇਵਾਂਗੇ। ਔਰ ਉਹ ਕੀ ਹੋਏਗੀ, ਇਹ ਤੁਹਾਨੂੰ ਉਸ ਦਿਨ ਜਦੋਂ ਆਓਗੇ ਤਾਂ ਯੂ ਵਿਲ ਲਵ ਇਟ। ਇੰਨਾ ਮੈਂ ਤੁਹਾਨੂੰ ਦੱਸ ਸਕਦਾ। ਬਹੁਤ ਸਾਰੇ ਢੇਰ ਸਾਰੇ ਅਸੀਂ ਡੋਰ ਪ੍ਰਾਈਜ਼ਸ ਵੀ ਦੇਵਾਂਗੇ ਤੁਹਾਨੂੰ ਖਾਣ ਪੀਣ ਦਾ, ਤੇ ਤੁਹਾਨੂੰ ਸਭ ਤੋਂ ਵਧੀਆ ਗੱਲ ਜਿਹੜੀ ਹੈ ਤੁਹਾਨੂੰ ਚੰਗੀ ਸਲਾਹ, ਡਾਈਟ ਚਾਰਟਸ ਜਿਹੜੇ ਤੁਹਾਡੀ ਜਿਹੜੀ ਹੈ, ਜਿੰਨੇ ਵੀ ਸਾਡੇ ਜਿਹੜੇ ਉੱਥੇ ਲੋਕ ਆਉਣਗੇ ਉਹਨਾਂ ਦੀ ਜਿਹੜੀ ਇਵੈਲੂਏਸ਼ਨ ਅਸੈਸਮੈਂਟ ਹੈ ਜਿਹੜੀ, ਉਹ ਸੰਦੀਪ ਅਤੇ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਤੁਹਾਨੂੰ ਤੁਹਾਡੀ ਅਸੈਸਮੈਂਟ, ਤੁਹਾਡੀ ਬਾਡੀ ਨੂੰ ਤੁਹਾਡਾ ਵੇਟ ਕਰਕੇ ਤੁਹਾਨੂੰ ਅਸੈਸਮੈਂਟ ਜਿਹੜੀ ਤੁਹਾਡੀ ਉਹ ਫ੍ਰੀ ਕੀਤੀ ਜਾਏਗੀ। ਸੋ ਨਾਲੇ ਤੇ ਪਾਰਟੀ ਚਾਓ ਜੀ, ਉੱਥੇ ਜੁਆਇਨ ਕਰੋ ਸਾਨੂੰ, ਤੇ ਨਾਲੇ ਫ੍ਰੀ ਆਪਣੀ ਬਾਡੀ ਦੀ ਅਸੈਸਮੈਂਟ ਕਰਾਓ ਜਿਹੜੀ ਕਿ ਬਹੁਤ ਜ਼ਰੂਰੀ ਹੈ। ਸੋ ਸੰਦੀਪ, ਥੈਂਕ ਯੂ ਵੈਰੀ ਮਚ ਐਂਡ ਬੈਸਟ ਵਿਸ਼ੇਸ ਵਾਂਸ ਅਗੇਨ ਫॉर ਯੂ। ਥੈਂਕ ਯੂ ਫॉर ਹੈਵਿੰਗ ਮੀ। ਟੇਕ ਕੇਅਰ।